ਕੇਂਦਰ ਨੇ ਸਮੇਂ ਤੋਂ ਪਹਿਲਾਂ ਅੱਜ ਤੋਂ ਝੋਨੇ ਦੀ ਖਰੀਦ ਦੀ ਦਿੱਤੀ ਮਨਜ਼ੂਰੀ। ਪੰਜਾਬ ਦੇ ਸਾਰੇ ਅਧਿਕਾਰੀਆਂ ਨੂੰ ਇੱਕ ਲੈਟਰ ਕੀਤਾ ਗਿਆ ਜਾਰੀ। ਕੇਂਦਰੀ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਕਿਸਾਨਾਂ ਨੂੰ ਪੰਜਾਬੀ 'ਚ ਖੇਤੀ ਬਿੱਲਾਂ ਬਾਰੇ ਦਿੱਤੀ ਜਾਣਕਾਰੀ। ਕਿਹਾ ਕਿਸਾਨਾਂ ਦੀ ਜ਼ਮੀਨ ਕਿਸਾਨਾਂ ਦੀ ਹੀ ਰਹੇਗੀ, ਇਸ ਨਾਲ ਕਿਸਾਨਾਂ ਨੂੰ ਕੋਈ ਵੀ ਨੁਕਸਾਨ ਨਹੀਂ ਹੋਵੇਗਾ। ਅੱਜ ਯੂਥ ਕਾਂਗਰਸ ਵੱਲੋਂ ਜਲੰਧਰ ਵਿੱਚ ਕੱਢੀ ਗਈ ਰੈਲੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੇਤਾਵਨੀ ਦਿੰਦੇ ਬਿੱਲ ਨੂੰ ਰੱਦ ਕਰਨ ਦੀ ਦਿੱਤੀ ਗਈ ਸਲਾਹ। ਅਤੇ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਬਿਆਨ, ਖੇਤੀ ਬਿੱਲ ਦਾ ਪੰਜਾਬ ਤੇ ਨਹੀਂ ਪਵੇਗਾ ਕੋਈ ਅਸਰ। ਸਤਿ ਸ਼੍ਰੀ ਅਕਾਲ, ਦੈਨਿਕ ਸਵੇਰਾ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਰਚਨਾ ਤੇ ਬੁਲੇਟਿਨ ਦੀ ਸ਼ੁਰੂਆਤ ਇਸ ਖਬਰ ਦੇ ਨਾਲ। ਜਿੱਥੇ ਇੱਕ ਪਾਸੇ ਕੇਂਦਰ ਦੇ ਖੇਤੀ ਸੋਧ ਕਾਨੂੰਨ ਦਾ ਵਿਰੋਧ ਹੋ ਰਿਹਾ ਹੈ, ਉੱਥੇ ਹੀ ਕੇਂਦਰ ਵੱਲੋਂ ਸਮੇਂ ਤੋਂ ਪਹਿਲਾਂ ਹੀ ਅੱਜ ਯਾਨੀ 26 ਤਰੀਕ ਤੋਂ ਝੋਨੇ ਦੀ ਖਰੀਦ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਕੇਂਦਰ ਵੱਲੋਂ ਇਸ ਬਾਰੇ ਪੰਜਾਬ ਦੇ ਸਾਰੇ ਅਧਿਕਾਰੀਆਂ ਨੂੰ ਇੱਕ ਲੈਟਰ ਜਾਰੀ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਲਈ ਵੇਖੋ ਦਿੱਲੀ ਤੋਂ ਨਿਤਿਨ ਤਿਮਾਨ ਦੀ ਖਾਸ ਰਿਪੋਰਟ। ਮੰਡੀਆਂ ਦੇ ਵਿੱਚ ਧਾਨ ਦੀ ਖਰੀਦ ਵਾਸਤੇ ਅੱਜ ਯਾਨੀ 26 ਤਰੀਕ ਤੋਂ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ। ਕੇਂਦਰ ਸਰਕਾਰ ਨੇ ਖਰੀਦ ਕਰਨ ਵਾਸਤੇ ਮਨਜ਼ੂਰੀ ਦੇ ਦਿੱਤੀ ਹੈ। ਪੰਜਾਬ ਦੇ ਜਿਹੜੇ ਵੀ ਅਧਿਕਾਰੀ ਨੇ ਉਹਨਾਂ ਨੂੰ ਬਕਾਇਦਾ ਤੌਰ ਤੇ ਇੱਕ ਲੈਟਰ ਜਾਰੀ ਕਰਕੇ ਕਿਹਾ ਕਿ ਤੁਸੀਂ ਫਟਾਫਟ ਧਾਨ ਦੀ ਖਰੀਦ ਸ਼ੁਰੂ ਕਰੋ, ਯਾਨੀ ਅੱਜ ਤੇ ਹੀ ਖਰੀਦ ਸ਼ੁਰੂ ਕੀਤੀ ਜਾਵੇ। ਇਹ ਕੁਝ ਦਿਨ ਐਡਵਾਂਸ ਹੀ ਸ਼ੁਰੂ ਕਰ ਦਿੱਤੀ ਗਈ ਹੈ। ਪਹਿਲਾਂ 1 ਅਕਤੂਬਰ ਤੇ ਸਰਕਾਰ ਦਾ ਪਲਾਨ ਸੀਗਾ ਕਿ ਮੰਡੀਆਂ ਦੇ ਵਿੱਚ ਧਾਨ ਦੀ ਖਰੀਦ ਸ਼ੁਰੂ ਕੀਤੀ ਜਾਏਗੀ, ਪਰ ਹੁਣ ਅੱਜ 26 ਤਰੀਕ ਤੋਂ ਹੀ ਸ਼ੁਰੂ ਕਰ ਦਿੱਤੀ ਗਈ ਹੈ। ਇਹ ਇੱਕ ਇਹਦੇ 'ਚ ਰੀਜ਼ਨ ਪਾਇਆ ਗਿਆ ਹੈ ਕਿ ਪੰਜਾਬ ਤੇ ਹਰਿਆਣਾ ਦੇ ਵਿੱਚ ਕੁਝ ਇਲਾਕਿਆਂ ਦੇ ਵਿੱਚ ਧਾਨ ਜਿਹੜੀ ਹੈ ਉਹ ਕੱਟਣਾ ਸ਼ੁਰੂ ਹੋ ਗਈ ਹੈ, ਪਰਾਲੀ ਵੀ ਸਾੜੀ ਜਾ ਰਹੀ ਹੈ, ਇਸ ਕਰਕੇ ਧਾਨ ਦੀ ਆਵਕ ਸ਼ੁਰੂ ਹੋ ਜਾਏਗੀ। ਤੁਸੀਂ ਆਪਣੀ ਖਰੀਦ ਸ਼ੁਰੂ ਕਰੋ। ਤਾਂ ਅੱਜ ਤੋਂ ਪੰਜਾਬ ਤੇ ਹਰਿਆਣਾ ਦੀ ਮੰਡੀਆਂ ਦੇ ਵਿੱਚ ਧਾਨ ਦੀ ਖਰੀਦ ਸ਼ੁਰੂ ਹੋ ਗਈ ਹੈ। ਪਰ ਇਹਦੇ ਵਿੱਚ ਸਭ ਤੋਂ ਵੱਡਾ ਸਵਾਲ ਟਾਈਮਿੰਗ ਦਾ ਉੱਠ ਰਿਹਾ ਕਿ ਕੀ ਇੰਨੀ ਲੋੜ ਪੈ ਗਈ ਕਿ ਕੁਝ ਦਿਨ ਪਹਿਲਾਂ ਹੀ ਧਾਨ ਦੀ ਖਰੀਦ ਕਰਵਾਈ ਗਈ, ਕਿਉਂਕਿ ਕੱਲ੍ਹ ਹੀ ਪੂਰੇ ਪੰਜਾਬ ਦੇ ਵਿੱਚ ਧਰਨੇ ਹੋਏ ਨੇ ਨਵੇਂ ਐਗਰੀਕਲਚਰ ਬਿੱਲ ਦੇ ਖਿਲਾਫ। ਇਹਦੇ ਨਾਲ ਪੂਰਾ ਅੱਜ ਵੀ ਐਜੀਟੇਸ਼ਨ ਚੱਲ ਰਹੇ ਨੇ, ਅੱਗੇ ਵੀ ਪ੍ਰਸਤਾਵਿਤ ਨੇ। ਇਹੀ ਕਿਸਾਨਾਂ ਦੇ ਦਿਮਾਗ ਦੇ ਵਿੱਚ ਡਰ ਬੈਠਿਆ ਹੋਇਆ ਕਿ ਕਿਆ ਮੰਡੀਆਂ ਦੇ ਵਿੱਚ ਧਾਨ ਖਰੀਦ ਹੋਏਗੀ ਜਾਂ ਨਹੀਂ ਹੋਏਗੀ। ਮੰਡੀਆਂ ਖਤਮ ਕਰਨ ਦੀ ਜਿਹੜੀ ਗੱਲ ਹੋ ਰਹੀ ਹੈ, ਕਿਆ ਖਤਮ ਹੋ ਜਾਣਗੀਆਂ, ਬਾਹਰ ਦੇ ਪਲੇਅਰ ਆਉਣਗੇ ਨਹੀਂ ਆਉਣਗੇ। ਇਸੀ ਡਰ ਨੂੰ ਦੂਰ ਕਰਨ ਵਾਸਤੇ ਜਿਹੜੀ ਜਾਣਕਾਰ ਮੰਨ ਰਹੇ ਨੇ, ਇਸੀ ਡਰ ਨੂੰ ਹਟਾਉਣ ਵਾਸਤੇ ਤੇ ਜਿਹੜਾ ਅੰਦੋਲਨ ਉਹਨੂੰ ਹੋ ਸਕਦਾ ਕਿ ਕਿਤੇ ਨਾ ਕਿਤੇ ਥੋੜਾ ਦਿਮਾਗ ਦੂਜੀ ਤਰਫ ਕਿਸਾਨਾਂ ਚਲਾ ਜਾਏਗਾ, ਆਪਣੀ ਖੇਤੀਬਾੜੀ ਦੀ ਤਰਫ। ਉਹਦੇ ਵਾਸਤੇ ਇਹ 4 ਦਿਨ ਪਹਿਲਾਂ ਇਹ ਸਾਰੀਆਂ ਚੀਜ਼ਾਂ ਕੀਤੀਆਂ ਗਈਆਂ ਨੇ। ਤੇ ਹਾਲਾਂਕਿ ਮੰਡੀਆਂ ਦੇ ਵਿੱਚ ਕਿੰਨੇ ਕੁ ਪ੍ਰਬੰਧ ਨੇ, ਕਿਆ ਕੁਛ ਹੈ, ਉਹ ਵੀ ਇਹਦੇ ਵਿੱਚ ਦੇਖਣਾ ਹੋਗਾ, ਕਿਉਂਕਿ ਕਰੋਨਾ ਕਾਲ ਦੇ ਵਿੱਚ ਪਹਿਲਾਂ ਕਿਹਾ ਗਿਆ ਸੀਗਾ ਕਿ ਖਰੀਦ ਕੇਂਦਰ ਵਧਾਏ ਜਾਣ, ਸੋਸ਼ਲ ਡਿਸਟੈਂਸਿੰਗ ਦੇ ਨਾਲ ਹੋਰ ਵੀ ਚੀਜ਼ਾਂ ਰੱਖੀਆਂ ਜਾਣ, ਕਿਉਂਕਿ ਕਰੋਨਾ ਮਹਾਮਾਰੀ ਦੇ ਵਿੱਚ ਬਾਕੀ ਚੀਜ਼ਾਂ ਦਾ ਵੀ ਪ੍ਰਾਰੂਪ ਬਦਲਿਆ ਤੇ ਮੰਡੀਆਂ ਦਾ ਵੀ ਬਦਲਿਆ ਜਾਏਗਾ। ਖਰੀਦ ਕਿੰਨੀ ਹੁੰਦੀ ਹੈ, ਪੈਸੇ ਕਿੰਨੀ ਦੇਰ 'ਚ ਭੁਗਤਾਨ ਹੁੰਦਾ ਹੈ, ਕਿਉਂਕਿ ਸਰਕਾਰ ਕਹਿ ਰਹੀ ਹੈ ਹੁਣ ਈਜ਼ਲੀ 24 ਘੰਟੇ ਤੋਂ ਬਾਅਦ ਕਦੇ ਵੀ ਪੈਸੇ ਤੁਸੀਂ ਲੈ ਸਕਦੇ ਹੋ। ਉਹ ਪੋਸੀਬਲ ਹੈ ਜਾਂ ਨਹੀਂ ਹੈ। ਹਾਲਾਂਕਿ ਜਿਹੜਾ ਨਵਾਂ ਬਿੱਲ ਹੈ ਉਹ ਕਾਨੂੰਨ ਹਾਲੇ ਬਣੇਗਾ, ਉਸ ਤੋਂ ਬਾਅਦ ਫਿਰ ਇੰਪਲੀਮੈਂਟ ਹੋਏਗਾ, ਉਹਨੂੰ ਕਾਫੀ ਟਾਈਮ ਲੱਗੇਗਾ। ਪਰ ਜਿਹੜਾ ਅੰਦੋਲਨ ਚੱਲ ਰਿਹਾ ਉਹ ਜ਼ਰੂਰ ਕਿਤੇ ਨਾ ਕਿਤੇ ਕਿਸਾਨ ਦਾ ਹੁਣ ਡਾਇਵਰਟ ਹੋ ਸਕਦਾ, ਕਿਉਂਕਿ ਹੁਣ ਧਾਨ ਦੀ ਖਰੀਦ ਦੇ ਵੱਲ ਉਹਨੂੰ ਜਾਣਾ ਪਏਗਾ। ਆਪਣਾ ਧਾਨ ਦੀ ਖਰੀਦ ਜਿਹੜੀ ਹੈ ਪੂਰੀ ਇਸ ਪੂਰੇ ਮਾਮਲੇ ਵਿੱਚ ਸ਼ੁਰੂ ਹੋ ਚੁੱਕੀ ਹੈ। ਤਾਂ ਅੱਜ ਹੀ ਬਕਾਇਦਾ ਤੌਰ ਤੇ ਲੈਟਰ ਸਾਰਿਆਂ ਨੂੰ ਪਹੁੰਚ ਗਿਆ ਹੈ ਤੇ ਮੰਡੀਆਂ ਦੇ ਵਿੱਚ ਵੀ ਹੁਣ ਮੰਨਿਆ ਜਾ ਸਕਦਾ ਕਿ 1-2 ਦਿਨ ਦੇ ਵਿੱਚ ਕਿਸਾਨਾਂ ਦਾ ਆਉਣਾ ਵੀ ਸ਼ੁਰੂ ਹੋ ਜਾਏਗਾ। ਕੇਂਦਰੀ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਕਿਸਾਨਾਂ ਨੂੰ ਪੰਜਾਬੀ 'ਚ ਖੇਤੀ ਬਿੱਲਾਂ ਬਾਰੇ ਜਾਣਕਾਰੀ ਦਿੱਤੀ। ਜਿਸ ਦੌਰਾਨ ਅਨੁਰਾਗ ਠਾਕੁਰ ਨੇ ਕਿਹਾ ਕਿ ਕਿਸਾਨਾਂ ਦੀ ਜ਼ਮੀਨ ਕਿਸਾਨਾਂ ਦੀ ਹੀ ਰਹੇਗੀ, ਇਸ ਨਾਲ ਕਿਸਾਨਾਂ ਨੂੰ ਕੋਈ ਵੀ ਨੁਕਸਾਨ ਨਹੀਂ ਹੋਵੇਗਾ। ਇਹ ਮੋਦੀ ਸਰਕਾਰ ਦੇ ਟਾਈਮ ਤੇ ਹੋਈ ਹੈ। ਇਹ ਜਿਹੜਾ ਝੂਠ ਫੈਲਾ ਰਹੇ ਨੇ ਕਾਂਗਰਸੀ ਜਾਂ ਬਾਕੀ ਰਾਜਨੀਤਿਕ ਦਲ, ਇਹਨਾਂ ਨੂੰ ਪੁੱਛੋ। ਇਹ ਕਹਿੰਦੇ ਨੇ ਕਿ ਐਮਐਸਪੀ ਖਤਮ ਹੋਏਗਾ। ਮੈਂ ਸਾਫ਼ ਕਹਿਣਾ ਚਾਹੁੰਦਾ ਹਾਂ, ਐਮਐਸਪੀ ਪਹਿਲੇ ਵੀ ਸੀ, ਐਮਐਸਪੀ ਅੱਜ ਵੀ ਹੈ, ਐਮਐਸਪੀ ਅੱਗੇ ਵੀ ਰਹੇਗਾ। ਜੇ ਐਡੀ ਗੱਲ ਸੀ ਤਾਂ ਕਾਂਗਰਸ ਨੇ ਅੱਜ ਤੱਕ ਇਹਦੇ ਬਾਰੇ ਕਾਨੂੰਨ ਕਿਉਂ ਨਹੀਂ ਬਣਾਇਆ? 55 ਸਾਲ ਤੱਕ ਕਾਂਗਰਸ ਸ਼ਾਸਨ 'ਚ ਰਹੀ ਹੈ, ਨਹੀਂ ਬਣਾ ਪਾਏ। ਅਸੀਂ ਅੱਜ ਵੀ ਕਹਿੰਦੇ ਐਮਐਸਪੀ ਦੀ ਵਿਵਸਥਾ ਪਹਿਲੇ ਵੀ ਸੀ, ਅੱਜ ਵੀ ਅੱਗੇ ਵੀ ਰਹੇਗੀ। ਅਸੀਂ ਐਮਐਸਪੀ ਦੀ ਕੀਮਤਾਂ 35% ਤੋਂ 73% ਤੱਕ ਵਧਾਈਆਂ ਨੇ ਪਿਛਲੇ 5 ਸਾਲਾਂ 'ਚ। ਇਸ ਤੋਂ ਇਲਾਵਾ ਜਿਹੜਾ ਖੇਤੀ ਹੈ ਉਹ ਕਿਸਾਨ ਦੀ ਜ਼ਮੀਨ ਗਰੰਟੀਡ ਰਹੇਗੀ, ਉਹ ਕਿਸਾਨ ਦੀ ਹੀ ਰਹੇਗੀ। ਕੋਈ ਵੀ ਵਪਾਰੀ ਆਏਗਾ ਉਹ ਕੇਵਲ ਫਸਲ ਦਾ ਠੇਕਾ ਕਰ ਸਕਦਾ, ਜ਼ਮੀਨ ਦਾ ਠੇਕਾ ਨਹੀਂ ਕਰ ਸਕਦਾ। ਜ਼ਮੀਨ ਨੂੰ ਆਪਣੇ ਕਬਜ਼ੇ 'ਚ ਵਪਾਰੀ ਨਹੀਂ ਲੈ ਸਕਦਾ। ਇਹ ਪ੍ਰੋਟੈਕਸ਼ਨ ਕਿਸਾਨ ਨੂੰ ਦਿੱਤੀ ਗਈ ਹੈ। ਦੂਜਾ ਕੰਮ ਮੈਂ ਵੀ ਕੀਤਾ ਹੈ ਕਿ ਮੰਨ ਲਓ ਫਸਲ ਦਾ ਰੇਟ 1000 ਰੁਪਇਆ ਤੈਅ ਹੁੰਦਾ ਹੈ ਬੁਆਈ ਵੇਲੇ, ਪਰ ਜਦੋਂ ਕਟਾਈ ਦਾ ਟਾਈਮ ਆਉਂਦਾ ਤਾਂ ਮਾਰਕੀਟ 'ਚ 1500 ਰੁਪਏ ਦਾ ਰੇਟ ਹੋ ਜਾਂਦਾ ਹੈ। ਤਾਂ ਜਿਹੜਾ ਉੱਪਰਲਾ 500 ਰੁਪਏ ਉਹ ਵਪਾਰੀ ਨੂੰ ਨਹੀਂ ਮਿਲੇਗਾ, ਉਹ ਵੀ ਬਟਵਾਰਾ ਹੋਏਗਾ ਕਿਸਾਨ ਲਈ
ਤੇ ਵਪਾਰੀ ਲਈ ਇਹਦੇ 'ਚ ਕਿਸਾਨ ਨੂੰ ਕੀਮਤ ਜ਼ਿਆਦਾ ਮਿਲੇਗੀ। ਤੇ ਜੇ ਕਿਸਾਨ ਨੂੰ MSP 'ਚ ਵੀ ਕੀਮਤ ਪਹਿਲੇ ਨਾਲੋਂ ਜ਼ਿਆਦਾ ਮਿਲੀ, ਅੱਗੇ ਕਿਸਾਨ ਨੂੰ MSP ਮਿਲਦੀ ਰਹੇਗੀ, ਇਹਦੀ ਵੀ ਗਰੰਟੀ ਹੈ। ਤੇ ਹੁਣ ਜੇ ਫਸਲ ਦਾ ਠੇਕਾ ਦੇ ਕੇ ਉਹਨੂੰ ਪਹਿਲੇ ਹੀ ਪਤਾ ਚੱਲ ਜਾਏਗਾ ਕਿ ਉਹਦੀ ਕੀਮਤ ਜ਼ਿਆਦਾ ਮਿਲੇਗੀ ਤੇ ਉਹਦਾ ਨੁਕਸਾਨ ਨਹੀਂ ਹੋਏਗਾ, ਉਹਨੂੰ ਤਕਨੀਕੀ ਸਹਾਇਤਾ ਵੀ ਮਿਲੇਗੀ, ਬੈਂਕਾਂ ਤੋਂ ਕਰਜ਼ਾ ਵੀ ਮਿਲ ਜਾਏਗਾ, ਅੱਛਾ ਦਾਮ ਵੀ ਮਿਲੇਗਾ, ਤਾਂ ਇਹਦੇ 'ਚ ਕਿਸਾਨ ਦਾ ਨੁਕਸਾਨ ਕਿੱਥੇ ਹੈ? ਇਹ ਕੇਵਲ ਕਿਸਾਨ ਨੂੰ ਗੁੰਮਰਾਹ ਕਰਨ ਦਾ ਕੰਮ ਕਰ ਰਹੇ ਨੇ। ਇਹ ਕਾਂਗਰਸੀਆਂ ਨੇ ਹੀ ਆਪਣੇ 2014 ਦੇ ਚੁਣਾਵ ਘੋਸ਼ਣਾ ਪੱਤਰ 2019 ਦੇ ਘੋਸ਼ਣਾ ਪੱਤਰ ਦੇ ਵਿੱਚ ਵੀ ਇਹ ਕਿਹਾ ਸੀ ਕਿ ਉਹ ਆ ਕੇ ਮੰਡੀਆਂ ਤੋਂ ਬਾਹਰ ਵੀ ਕਿਸਾਨਾਂ ਨੂੰ ਮੌਕਾ ਦੇਗੀ ਆਪਣੇ ਫਸਲ ਵੇਚਣ ਦਾ। ਪੰਜਾਬ ਅਤੇ ਹੋਰ ਸੂਬਿਆਂ ਵਿੱਚ ਕੇਂਦਰ ਦੇ ਖੇਤੀ ਸੋਧ ਬਿੱਲਾਂ ਦਾ ਜੰਮ ਕੇ ਵਿਰੋਧ ਹੋ ਰਿਹਾ ਹੈ। ਪੰਜਾਬ ਦੇ ਸਾਰੇ ਕਿਸਾਨ ਸੜਕਾਂ ਉੱਪਰ ਉਤਰ ਆਏ ਨੇ। ਇਸ ਪ੍ਰਦਰਸ਼ਨ ਵਿੱਚ ਕੁਝ ਪੰਜਾਬੀ ਗਾਇਕਾਂ ਨੇ ਵੀ ਸ਼ਮੂਲੀਅਤ ਕੀਤੀ, ਪਰ ਕਿਸਾਨਾਂ ਨੂੰ ਇਸ ਗੱਲ ਬਾਰੇ ਕਿੰਨੀ ਜਾਣਕਾਰੀ ਹੈ, ਇਹ ਜਾਣਨ ਦੀ ਕੋਸ਼ਿਸ਼ ਕੀਤੀ ਦੈਨਿਕ ਸਵੇਰਾ ਨੇ ਕਿਸਾਨਾਂ ਨਾਲ ਇਸ ਖਾਸ ਗੱਲਬਾਤ ਰਾਹੀਂ। ਕੀ ਨੁਕਸਾਨ ਹੋਏਗਾ ਤੁਹਾਨੂੰ, ਕਿਉਂਕਿ ਪ੍ਰਧਾਨ ਮੰਤਰੀ ਕਹਿ ਰਹੇ ਨੇ ਕਿ ਮੈਂ ਤੁਹਾਨੂੰ ਵਧਾਈ ਦਿੰਨਾ, ਤੁਹਾਨੂੰ ਆਜ਼ਾਦੀ ਮਿਲ ਗਈ, ਹੁਣ ਤੁਹਾਨੂੰ ਵਿਚੋਲੀਏ ਖਤਮ ਹੋ ਜਾਣਗੇ ਤੁਹਾਡੇ ਤੇ ਕਿਸਾਨਾਂ ਨੂੰ ਸਿੱਧੀ ਆਮਦਨ ਹੋਏਗੀ। ਸਾਨੂੰ ਆਰਡੀਨੈਂਸ ਜਿਹੜੇ ਲਾਗੂ ਕਰ ਰਹੇ ਨੇਗੇ ਇਹਨਾਂ ਨਾਲ ਸਾਨੂੰ ਨੁਕਸਾਨ ਹੋਊਗਾ। ਨੁਕਸਾਨ ਕਿਸ ਕਰਕੇ? ਜਿਹੜਾ MSP ਆ ਗਈ ਇਹਨਾਂ ਨੇ ਜਾਰੀ ਕੀਤੀ ਆ, ਉਹਦੇ ਨਾਲ ਇਹ ਕਹਿੰਦੇ ਨੇ ਵੀ ਸਰਕਾਰੀ ਖਰੀਦ ਹੋਇਆ ਕਰੂਗੀ, ਪਰ ਸਰਕਾਰੀ ਖਰੀਦ ਕਿਉਂ ਹੋ? ਉਹਦੇ ਨਾਲ ਸਾਨੂੰ ਇੱਕ ਲਾਈਨ ਲਿਖ ਦਿੱਤੀ ਜਾਵੇ ਪੰਜਾਬ ਸੈਂਟਰ ਗਵਰਨਮੈਂਟ ਵੱਲੋਂ ਵੀ ਇਹਨਾਂ ਦਾ ਸਰਕਾਰੀ ਰੇਟ ਹੈਗਾ ਉਹ ਕਾਨੂੰਨ ਤੌਰ ਤੇ ਬਣਾਇਆ ਜਾਵੇ। ਹਾਂ, ਅਸੀਂ ਉਹਨੂੰ ਲਾਗੂ ਕੀਤਾ ਹੈਗਾ, ਲਾਗੂ ਦੇ ਨਾਲ ਵੀ ਸਰਕਾਰੀ ਰੇਟ ਤਾਂ ਅਸੀਂ ਦਿੰਨੇ ਆਗੇ MSP ਦਾ, ਅਦਰਵਾਈਜ਼ ਉਹਦੇ ਨਾਲ ਵੀ ਸਾਨੂੰ ਲਾਈਨ ਲਿਖ ਦਿੱਤੀ ਜਾਵੇ ਵੀ ਅਸੀਂ ਇਹ ਰੇਟ ਦੇ ਜਿਹੜੀ ਵੀ ਮੰਡੀਕਰਨ ਨਹੀਂ ਤੋੜਾਂਗੇ। ਮੰਡੀਕਰਨ ਕਹਿੰਦੇ ਨੇ ਅਸੀਂ ਜਾਰੀ ਰੱਖਾਂਗੇ, ਮੰਡੀਕਰਨ ਦੇ ਨਾਲ ਸਾਨੂੰ ਇਹ ਇੱਕ ਲਾਈਨ ਜ਼ਰੂਰ ਲਿਖ ਦਿੱਤੀ ਜਾਵੇ ਵੀ ਅਸੀਂ ਇਹਦੀ ਜਿਹੜੀ MSP ਦੇ ਨਾਲ ਸਰਕਾਰੀ ਖਰੀਦ ਹੈਗੀ ਵੀ ਉਹ ਜਾਰੀ ਰੱਖੀ ਜਾਊ। ਆੜਤੀ ਬਾਹਰ ਹੋ ਜਾਣਗੇ। ਆੜਤੀਆਂ ਦੀ ਜ਼ਰੂਰਤ ਤੁਹਾਨੂੰ ਕਿੰਨੀ ਲੱਗਦੀ ਹੈ? ਕਿਹਾ ਜਾਂਦਾ ਕਿ ਆੜਤੀਆ ਕਿਸਾਨ ਦਾ ATM ਹੁੰਦਾ, ਪਰ ਹੁਣ ਤੁਹਾਨੂੰ ਕਹਿੰਦੇ ਵੀ ਆੜਤੀਏ ਵਿਚੋਲੀਏ ਖਤਮ ਹੋ ਜਾਏਗੀ, ਤੁਹਾਨੂੰ ਸਿੱਧੀ ਕਮਾਈ ਹੋਵੇਗੀ। ਕਿਆ ਇਹ ਤੁਹਾਨੂੰ ਫਾਇਦੇ ਦਾ ਸੌਦਾ ਨਹੀਂ ਲੱਗਦਾ ਕਿ ਸਿੱਧੀ ਕਮਾਈ ਹੋ ਜਾਏਗੀ, ਆੜਤੀਆ ਬਾਹਰ ਹੋ ਜਾਏਗਾ? ਨਹੀਂ ਜੀ, ਨਹੀਂ, ਇਹ ਬਿਲਕੁਲ ਇਹ ਗੱਲ ਬਿਲਕੁਲ ਵੀ ਨਹੀਂ ਕਿ ਸਾਨੂੰ ਸਿੱਧਾ ਫਾਇਦਾ ਹੋਊ, ਸਾਨੂੰ ਉਲਟਾ ਨੁਕਸਾਨ ਹੋਣਾ ਇਸ ਚੀਜ਼ ਦਾ। ਕਿਉਂਕਿ ਦੇਖੋ, ਜੇ ਕਈ ਕਿਸਾਨ ਨੇ ਜਿਹੜੇ ਬੇਜ਼ਮੀਨੇ ਕਿਸਾਨ ਨੇ ਜਾਂ ਜਿਹੜੇ ਠੇਕੇ ਤੇ ਜ਼ਮੀਨਾਂ ਲੈਂਦੇ ਨੇਗੇ, ਉਹ ਆੜਤੀਆਂ ਤੋਂ ਪੈਸਾ ਲੈਂਦੇ ਨੇਗੇ, ਉਹਨਾਂ ਨੂੰ ਬੈਂਕਾਂ ਵੀ ਨਹੀਂ ਪੈਸੇ ਦਿੰਦੇ ਹੈਗੀਆਂ, ਉਹਨਾਂ ਦਾ ਸਿੱਧੇ ਤੌਰ ਤੇ ਨੁਕਸਾਨ ਹੋਊਗਾ। ਬਾਕੀ ਜਦੋਂ ਵੀ ਸਾਨੂੰ ਹਨੇਰੇ ਸਵੇਰੇ ਲੋੜ ਹੁੰਦੀ ਆ ਤੇ ਸਾਨੂੰ ਆੜਤੀਏ ਪੈਸੇ ਦਿੰਦੇ ਨੇਗੇ ਤੇ ਬੈਂਕ ਤੋਂ ਅਸੀਂ ਨਾਲ ਜਾਂ ਤੁਰੰਤ ਤਾਂ ਨਹੀਂ ਲੈ ਸਕਦੇ ਜਾ ਕੇ, ਇਹਦਾ ਸਾਨੂੰ ਉਲਟਾ ਨੁਕਸਾਨ ਹੋਣਾ, ਬਹੁਤ ਜ਼ਿਆਦਾ ਨੁਕਸਾਨ ਹੋਣਾਗਾ। ਇਹ ਜਿਹੜੇ ਪ੍ਰਾਈਵੇਟ ਸੈਕਟਰ ਹੈਗਾ ਇਹ ਪਹਿਲਾਂ ਤਾਂ ਸਾਨੂੰ ਪੈਸੇ ਦੇ ਦੂਗਾ, ਬਾਅਦ ਦੇ ਵਿੱਚ ਫਿਰ ਸਾਨੂੰ ਉਹੀ ਘੱਟ ਮੁੱਲ ਦਊਗਾ। ਬਾਕੀ ਜਿਹੜੇ ਵਪਾਰੀ ਨੇ 5-4 ਨੇ ਉਹ ਸੇਤ ਦੀ ਯੂਨਿਟੀ ਬਣਾਉਂਦੇ ਨੇਗੇ, ਜਦ ਕਿ ਕਿਸਾਨਾਂ ਦੀ ਯੂਨਿਟੀ ਉਨੀ ਛੇਤੀ ਬਣਦੀ ਨਹੀਂ ਹੈਗੀ। ਕਈ ਕਿਸਾਨ ਭੋਲੇ ਹੁੰਦੇ ਨੇਗੇ, ਉਹ ਵਿਚਾਰੇ ਤੁਰੰਤ ਹੀ ਵੇਚ ਦਿੰਦੇ ਨੇ ਫਸਲ, ਉਹ ਸਟੋਰ ਵੀ ਨਹੀਂ ਕਰ ਸਕਦੇ, ਜਦ ਕਿ ਪ੍ਰਾਈਵੇਟ ਨੇ ਜਿਹੜੇ ਸਭ ਤੋਂ ਘੱਟ ਮੁੱਲ ਤੇ ਲੈ ਲੈਣਗੇ, ਬਾਅਦ ਦੇ ਵਿੱਚ ਸਾਨੂੰ ਇਹੋ ਚੀਜ਼ਾਂ ਵੱਧ ਮੁੱਲ ਤੇ ਮਿਲਣਗੀਆਂ। ਇਹਦੇ ਨਾਲ ਆਮ ਪਬਲਿਕ ਦਾ ਵੀ ਨੁਕਸਾਨ ਹੋਊਗਾ। ਜਿਵੇਂ ਕਿ ਹੁਣ ਆਲੂ ਨੇਗੇ, ਪਿਆਜ਼ ਨੇਗੇ, ਕਿਸਾਨਾਂ ਤੋਂ 4 ਰੁਪਏ 2.5 ਰੁਪਏ 50 ਪੈਸੇ ਕਿਲੋ ਤੱਕ ਵੀ ਖਰੀਦਦੇ ਨੇਗੇ, ਜਦ ਕਿ ਹੁਣ ਤੁਸੀਂ ਦੇਖ ਲਓ ਮਾਰਕੀਟ ਦੇ ਵਿੱਚ 30 35 50 ਰੁਪਏ ਤੱਕ ਵਿਕਦੇ ਨੇਗੇ। ਇਸੇ ਤਰ੍ਹਾਂ ਆਮ ਲੋਕਾਂ ਦਾ ਵੀ ਨੁਕਸਾਨ ਹੋਊਗਾ ਤੇ ਕਿਸਾਨਾਂ ਤਾਂ ਜਿਵੇਂ ਬਿਲਕੁਲ ਹੀ ਖਤਮ ਹੋ ਜਾਣਗੇ ਇਹਦੇ ਨਾਲ। ਪਰ ਮੰਡੀਆਂ ਦੇ ਬਾਰੇ ਇਹ ਕਿਹਾ ਜਾ ਰਿਹਾ ਕਿ ਜੇ ਪ੍ਰਾਈਵੇਟ ਮੰਡੀਆਂ ਬਣ ਜਾਂਦੀਆਂ ਨੇ, ਪ੍ਰਾਈਵੇਟ ਹੱਥਾਂ ਦੇ ਵਿੱਚ ਜਾਂਦੀਆਂ ਨੇ ਮੰਡੀਆਂ, ਨਿੱਜੀ ਹੱਥਾਂ ਦੇ ਵਿੱਚ ਜਾਂਦੀਆਂ ਨੇ, ਤੇ ਸੁਧਾਰ ਹੋ ਸਕਦਾ। ਕਿਉਂਕਿ ਆਮ ਤੌਰ ਤੇ ਇਹ ਗੱਲ ਕਹੀ ਜਾਂਦੀ ਕਿ ਜਿਹੜੀ ਚੀਜ਼ ਨਿੱਜੀ ਹੱਥਾਂ ਦੇ ਵਿੱਚ ਗਈ ਉਹਦਾ ਲੈਵਲ ਉੱਚਾ ਹੋ ਗਿਆ, ਸੁਧਾਰ ਹੋ ਗਿਆ। ਤੁਹਾਨੂੰ ਨਹੀਂ ਲੱਗਦਾ ਕਿ ਇਸ ਪਾਸੇ ਵੀ ਤੁਹਾਨੂੰ ਫਾਇਦਾ ਕਰੇਗੀ? ਨਹੀਂ, ਬਿਲਕੁਲ ਵੀ ਨਹੀਂ। ਦੇਖੋ ਜੀ, ਇਹ ਗੱਲ ਹੈ, ਇਹ ਹੋਰ ਰਾਜਾਂ ਦੇ ਵਿੱਚ ਹੈਗੇ ਆ ਪ੍ਰਾਈਵੇਟ, ਪਰ ਉਹਨਾਂ ਦੇ ਕਿਸਾਨਾਂ ਦੀ ਹਾਲਤ ਦੇਖੋ। ਬਿਹਾਰ ਦਾ ਕਿਸਾਨ ਆ, ਉਹ ਸਾਡੇ ਨਾਲੋਂ 8-10 ਕਿੱਲੇ ਵਾਲਾ ਕਿਸਾਨ ਵੀ ਇੱਥੇ 2 ਕਿੱਲੇ ਵਾਲੇ ਦੇ ਜੀਰੀ ਲਾਉਣ ਆਉਂਦਾ। ਉਹ ਜੇ ਉੱਥੇ ਸੁਧਾਰ ਹੋਵੇ ਤਾਂ ਉਹ ਫਿਰ ਸਾਡੇ ਕਿਉਂ ਲਾਉਣਾ ਉਹਨੂੰ ਇੱਥੇ? 1 ਕਿੱਲੇ ਵਾਲੇ ਦੇ ਬਿਹਾਰ ਦਾ ਕਿਸਾਨ ਜਿਹੜਾ 10 ਕਿੱਲੇ ਵਾਲਾ ਜੀਰੀ ਲਾਉਣ ਆਉਂਦਾ, ਉਹਦੇ ਮਜ਼ਦੂਰੀ ਕਰਨ ਆਉਂਦਾ। ਉਹ ਜੇਕਰ ਇਹ ਸੱਚ ਹੋਵੇ ਇਹ ਗੱਲ, ਫਿਰ ਉਹਨਾਂ ਤੇ ਵੀ ਲਾਗੂ ਹੋਵੇ ਨਾ। ਇਹ ਕੋਰਾ ਝੂਠ ਹੈਗਾ। ਇਹ ਜਾਣ ਬੁੱਝ ਕੇ ਇਹਨਾਂ ਦਾ ਸਾਧਨਾਂ ਤੇ ਇਹਨਾਂ ਦਾ ਜਿਵੇਂ ਕਿ ਮੀਡੀਆ ਤੇ ਵੀ ਕਬਜ਼ਾ ਹੈਗਾ ਜਾਂ ਹੋਰ ਵੱਡੇ ਸਾਧਨ ਨੇ ਜਿਨ੍ਹਾਂ ਰਾਹੀਂ ਇਹ ਇੱਕ ਲੋਕ ਰਾਏ ਬਣਾ ਦਿੰਦੇ ਨੇ ਜਾਣ ਬੁੱਝ ਕੇ। ਕਿਸਾਨ ਜਥੇਬੰਦੀਆਂ ਕਿਉਂ ਇਹਨਾਂ ਨੂੰ ਰੋਡਾਂ ਦੇ ਉੱਪਰ ਆਉਣਾ ਪੈ ਰਿਹਾ ਹੈਗਾ? ਰੋਡਾਂ ਦੇ ਉੱਪਰ ਇਸ ਲਈ ਆਉਣਾ ਪੈ ਰਿਹਾ ਹੈਗਾ ਕਿਉਂਕਿ ਸਾਡੇ ਜਿਹੜੇ ਮਾਰੂਨੀਆਂ ਨੀਤੀਆਂ ਨੇਗੀਆਂ, ਆਰਡੀਨੈਂਸ ਕਿਉਂ ਜਾਰੀ ਕਰ ਰਹੇ ਨੇਗੇ? ਇਸ ਕਾਰਨ ਕਰਕੇ ਵੀ ਕਿਸਾਨਾਂ ਦਾ ਇੱਕ ਬੱਚਾ, ਪਰਿਵਾਰ ਸਾਰੇ ਰੋਡਾਂ ਦੇ ਉੱਪਰ ਆ ਚੁੱਕੇ ਨੇਗੇ। ਕਿਉਂ ਆ ਚੁੱਕੇ ਨੇ? ਵੀ ਸੰਘਰਸ਼ ਸਾਡਾ ਜਾਰੀ ਰਹੂਗਾ ਜਦ ਤੱਕ ਕਿ ਸਾਡੀ ਸਰਕਾਰੀ ਖਰੀਦਾਂ ਦੇ ਮੁਤਾਬਕ ਇੱਕ ਲਾਈਨ ਸਰਕਾਰੀ ਜਾਰੀ ਨਹੀਂ ਕਰ ਦਿੰਦੇ। ਵੈਸੇ ਸਰਕਾਰੀ ਮੁਤਾਬਕ ਸਾਰੀ ਵੀ ਜਿੰਨੀ ਵੀ ਫਸਲ ਦਾ ਮੁੱਲ ਅਸੀਂ ਤੈਅ ਕਰਾਂਗੇ। ਕਿਉਂ ਜੋ ਸਰਕਾਰੀ ਸਾਨੂੰ ਮੁੱਲ ਮਿਲਣਾ ਨਹੀਂ, ਪ੍ਰਾਈਵੇਟ ਅਦਾਰੇ ਆ ਜਾਣੇ ਨੇਗੇ, ਉਹਦੇ ਵਿੱਚ ਸਾਡਾ ਨੁਕਸਾਨ ਹੈਗਾ। ਖੇਤੀ ਸੋਧ ਕਾਨੂੰਨਾਂ ਨੂੰ ਲੈ ਕੇ ਪੰਜਾਬ ਭਰ ਵਿੱਚ ਰੋਸ ਮੁਜ਼ਾਹਰੇ ਹੋ ਰਹੇ ਨੇ, ਜਿਸ ਦੇ ਚਲਦੇ ਅੱਜ ਯੂਥ ਕਾਂਗਰਸ ਵੱਲੋਂ ਜਲੰਧਰ ਵਿਖੇ ਟਰੈਕਟਰ ਰੈਲੀ ਕੱਢੀ ਗਈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੇਤਾਵਨੀ ਦਿੰਦੇ ਹੋਏ
ਇਸ ਬਿੱਲ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਖੇਤੀ ਸੋਧ ਕਾਨੂੰਨ ਦਾ ਵਿਰੋਧ ਪੂਰੇ ਪੰਜਾਬ ਭਰ ਵਿੱਚ ਜ਼ੋਰਾਂ ਸ਼ੋਰਾਂ ਦੇ ਨਾਲ ਹੋ ਰਿਹਾ ਹੈ, ਜਿਸ ਦੇ ਚੱਲਦੇ ਅੱਜ ਜਲੰਧਰ ਵਿੱਚ ਯੂਥ ਕਾਂਗਰਸ ਵੱਲੋਂ ਟਰੈਕਟਰ ਰੈਲੀ ਕੱਢੀ ਗਈ, ਜਿਸ ਵਿੱਚ ਯੂਥ ਕਾਂਗਰਸ ਦਾ ਭਾਰੀ ਇਕੱਠ ਵੇਖਣ ਨੂੰ ਮਿਲਿਆ। ਇਸ ਮੌਕੇ ਅਲੱਗ ਪ੍ਰਦਰਸ਼ਨ ਵੇਖਣ ਨੂੰ ਮਿਲਿਆ, ਜਿਸ ਵਿੱਚ ਇੱਕ ਮੈਂਬਰ ਵੱਲੋਂ ਬੇੜੀਆਂ ਪਾ ਕੇ ਪ੍ਰਦਰਸ਼ਨ ਕੀਤਾ ਗਿਆ ਅਤੇ ਕਿਹਾ ਕਿ ਮੋਦੀ ਸਰਕਾਰ ਦੁਆਰਾ ਲਿਆਂਦੇ ਬਿੱਲ ਇਹਨਾਂ ਬੇੜੀਆਂ ਵਰਗੇ ਹੀ ਨੇ। ਜੋ ਕਿਸਾਨ ਨੇ ਨਵੇਂ ਬਿੱਲ ਲਿਆਂਦੇ ਹਨ ਉਹ ਅੱਜ ਬੇੜੀਆਂ ਦੇ ਤਰ੍ਹਾਂ ਹੀ ਹਨ। ਜੋ ਮੋਦੀ ਸਰਕਾਰ ਨੇ ਬੇੜੀਆਂ ਕਿਸਾਨ ਦੇ ਪਾ ਦਿੱਤੀਆਂ ਹਨ, ਮੈਂ ਸਮਝਦਾ ਹਾਂ ਅੱਗੇ ਕਿਸਾਨ ਦੇ ਕਰਜ਼ਾ, ਨਕਲੀ ਦਵਾਈਆਂ ਔਰ ਮਹਿੰਗੇ ਬੀਜ, ਇਸ ਨਾਲ ਪਹਿਲਾਂ ਹੀ ਕਿਸਾਨ ਮਰਿਆ ਪਿਆ ਸੀ। ਇਹ ਨਵੇਂ ਬਿੱਲ ਲਿਆ ਕੇ ਮੋਦੀ ਸਰਕਾਰ ਨੇ ਦੇਸ਼ ਨੂੰ ਹੋਰ ਥੱਲੇ ਲੈ ਜਾਂਦਾ ਹੈ। ਦੇਖੋ ਕਿਸਾਨ ਲੱਖਾਂ ਦੀ ਤਾਦਾਦ ਤੇ ਸੜਕਾਂ ਤੇ ਬੈਠਾ ਹੈ। ਮੈਂ ਸਮਝਦਾ ਹਾਂ ਇਹ ਮੋਦੀ ਸਰਕਾਰ ਦੀ ਬਹੁਤ ਵੱਡੀ ਮੂਰਖਤਾ ਹੈ। ਇਦਾਂ ਦੇ ਬਿੱਲ ਇਹਨਾਂ ਨੂੰ ਲਿਆਉਣੇ ਹੀ ਨਹੀਂ ਚਾਹੀਦੇ। ਇੱਕ ਤੁਸੀਂ ਦੇਸ਼ ਨੂੰ ਕਹਿੰਦੇ ਵੀ ਅਸੀਂ ਇਹਦਾ ਫਾਇਦਾ ਕਰ ਰਹੇ ਹਾਂ ਔਰ ਫਾਇਦੇ ਵਾਲੀ ਚੀਜ਼ ਮੇਰੇ ਸਾਹਮਣੇ ਕੋਈ ਵੀ ਠਕਰਾਉਂਦਾ ਨਹੀਂ। ਨੁਕਸਾਨ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਪਤਾ ਲੱਗੂਗਾ ਨੁਕਸਾਨ, ਜਦੋਂ ਇਹ ਬਿੱਲ ਪਾਸ ਹੋਣਗੇ ਔਰ ਲੋਕਾਂ 'ਚ ਹਾਹਾਕਾਰ ਮਚੂਗੀ। ਕਹਿੰਦੇ ਵੀ 2-3 ਦਿਨ ਦੇ ਵਿੱਚ ਹੀ 40-45 ਰੁਪਏ ਦਾਲ ਮਹਿੰਗੀ ਹੋ ਗਈ ਹੈ। ਆਉਣ ਵਾਲੇ ਸਮੇਂ 'ਚ ਜਿਹੜੀ ਚੌਲ ਆ ਜਾਂ ਆਟਾ ਜਾਂ ਕਣਕ ਇਹ ਵੀ ਮਹਿੰਗਾ ਹੋਊਗਾ। ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਖੇਤੀ ਬਿੱਲਾਂ ਦਾ ਪੰਜਾਬ ਤੇ ਕੋਈ ਅਸਰ ਨਹੀਂ ਪਵੇਗਾ। ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਖੁਦ ਕੋਈ ਫੈਸਲਾ ਲਿਆ ਜਾਵੇਗਾ। ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਖੇਤੀ ਬਿੱਲ ਦਾ ਵਿਰੋਧ ਕਰਦੇ ਹੋਏ ਕਿਹਾ ਹੈ ਕਿ ਇਸ ਬਿੱਲ ਦਾ ਪੰਜਾਬ ਤੇ ਕੋਈ ਅਸਰ ਨਹੀਂ ਪਵੇਗਾ। ਉਹਨਾਂ ਕਿਹਾ ਕਿ ਬਿੱਲ ਦੇ ਖਿਲਾਫ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਇੱਕ ਹੋ ਕੇ ਲੜਾਈ ਲੜਨੀ ਚਾਹੀਦੀ ਹੈ। ਇਸ ਦੇ ਨਾਲ ਹੀ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਬੋਲਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਹਰ ਕੋਈ ਬਿੱਲ ਦੇ ਖਿਲਾਫ ਹੈ, ਪਰ ਜੇਕਰ ਉਹ ਫਿਰ ਵੀ ਨਹੀਂ ਸਮਝਦੇ ਤਾਂ ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਖੁਦ ਕੋਈ ਫੈਸਲਾ ਲਿਆ ਜਾਵੇਗਾ। ਸੀਐਮ ਸਾਹਿਬ ਨੇ ਬਹੁਤ ਕਲੀਅਰ ਕਰ ਦਿੱਤਾ ਹੈ ਵੀ ਮੈਂ ਕਿਸਾਨਾਂ ਦੇ ਨਾਲ ਹਾਂ। ਕੋਈ ਵੀ ਲੈਵਲ ਤੇ ਜਾਣਾ ਪਵੇ ਉਸ ਲੈਵਲ ਤੇ ਅਸੀਂ ਜਾਵਾਂਗੇ। ਕਿਸਾਨ ਦੀ ਮਿਹਨਤ ਦਾ ਇੱਕ ਇੱਕ ਦਾਣਾ ਚੱਕਾਂਗੇ। ਸਟੇਟ ਗਵਰਨਮੈਂਟ ਕੋਲ ਇਸ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਸਟੈਪ ਲੈਣੇ ਰਹਿ ਗਏ ਤਾਂ ਉਹ ਜ਼ਰੂਰ ਲਿੱਤੇ ਜਾਣਗੇ। ਅਸੀਂ ਤਾਂ ਆਪਣੀ ਕਿਸਾਨੀ ਨੂੰ ਬਚਾਉਣਾ ਆ। ਕੈਪਟਨ ਅਮਰਿੰਦਰ ਸਿੰਘ ਜੀ ਨੇ ਬਹੁਤ ਕਲੀਅਰ ਲਫ਼ਜ਼ਾਂ 'ਚ ਕਹਿ ਦਿੱਤਾ ਵੀ ਕਿਸਾਨ ਸਾਡਾ ਸਤਿਕਾਰ ਹੈ, ਸਾਡੀ ਸ਼ਾਨ ਹੈ ਕਿ ਕਿਸਾਨੀ ਕਰਕੇ ਹੀ ਇਹ ਸੂਬਾ ਚੱਲ ਰਿਹਾ। ਸਾਡਾ ਜਿਹੜੀ ਇਕਨੋਮੀ ਹੈ ਉਹ ਐਗਰੀਕਲਚਰ ਦੇ ਉੱਤੇ ਡਿਪੈਂਡ ਕਰਦੀ ਹੈ। ਜੇ ਇਹੀ ਮਾਰਿਆ ਗਿਆ ਤਾਂ ਸਾਰਾ ਸੂਬਾ ਮਾਰਿਆ ਜਾਏਗਾ। ਫਿਰ ਇਹ ਬਾਰਡਰ ਸਟੇਟ ਹੈ, ਇੱਥੇ ਲਾਅ ਐਂਡ ਆਰਡਰ ਦੀ ਕਈ ਕੰਪਲਿਕੇਸ਼ਨ ਅਰਾਈਜ਼ ਹੋ ਜਾਣਗੀਆਂ। ਮਸਾਂ ਇਹ ਦੁਬਾਰਾ ਇਹ ਲੀਹ ਤੇ ਪਿਆ ਪੰਜਾਬ, ਤੇ ਹੁਣ ਦੁਬਾਰਾ ਉਹਨੂੰ ਲੀਹ ਤੋਂ ਲਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਉਹ ਬਿਲਕੁਲ ਬਰਦਾਸ਼ਤ ਨਹੀਂ ਹੋਣੀਆਂ। ਆਮ ਆਦਮੀ ਪਾਰਟੀ ਦੇ ਨੇਤਾ ਤੇ ਵਿਧਾਇਕ ਅਮਨ ਅਰੋੜਾ ਨੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਜਾ ਰਹੇ ਸਲੂਕ ਨੂੰ ਬੁਰਾ ਦੱਸਿਆ ਅਤੇ ਨਸੀਹਤ ਦਿੰਦੇ ਹੋਏ ਕਿਹਾ ਕਿ ਵੱਡੇ ਤਾਨਾਸ਼ਾਹ ਜਨਤਾ ਦੇ ਅੱਗੇ ਟਿਕ ਨਹੀਂ ਪਾਏ ਤਾਂ ਪੰਜਾਬ ਦਾ ਕਿਸਾਨ ਵੀ ਆਪਣੇ ਹੱਕਾਂ ਲਈ ਸਭ ਨਾਲ ਲੜ ਸਕਦਾ ਹੈ। ਕਿਸਾਨ ਮਜਬੂਰੀ ਵਸ ਆਪਦੇ ਖੇਤ, ਆਪਦੇ ਘਰ-ਬਾਰ ਛੱਡ ਕੇ ਅੱਜ ਸੜਕਾਂ ਦੇ ਉੱਪਰ ਔਰ ਰੇਲ ਲਾਈਨਾਂ ਦੇ ਉੱਪਰ ਡਟਿਆ ਹੋਇਆ ਆਪਦੇ ਹੱਕ ਹਕੂਕ ਲੈਣ ਦੇ ਲਈ। ਪਰ ਮੈਂ ਸਮਝਦਾ ਕਿ ਜਦੋਂ ਸਰਕਾਰਾਂ ਇਸ ਤਰੀਕੇ ਨਾਲ ਅੰਨੀਆਂ ਬੋਲੀਆਂ ਹੋ ਜਾਣ, ਐਬਸੋਲੂਟ ਪਾਵਰ ਦੇ ਨਸ਼ੇ ਦੇ ਵਿੱਚ ਮਦਮਸਤ ਹਾਥੀ ਦੀ ਤਰ੍ਹਾਂ ਹਰੇਕ ਨੂੰ ਕੁਚਲਣ ਵਾਲੇ ਪਾਸੇ ਚੱਲ ਪੈਣ, ਤੇ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ, ਲੋਕ ਮਾਲਕ ਹੁੰਦੇ ਨੇ, ਤੇ ਉਹ ਮੁਲਕ ਜਿੱਥੋਂ ਦੇ ਡਿਕਟੇਟਰਾਂ ਨੇ, ਜਿੱਥੋਂ ਦੇ ਤਾਨਾਸ਼ਾਹਾਂ ਨੇ ਜ਼ੁਲਮ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਹੈਗੀ, ਜੇ ਉਹਨਾਂ ਮੁਲਕਾਂ ਦੇ ਤਾਨਾਸ਼ਾਹਾਂ ਨੂੰ ਲੋਕ ਸੜਕਾਂ ਤੇ ਲਿਆ ਸਕਦੇ ਨੇ ਤੇ ਉਹ ਕਿਸਾਨ, ਪੰਜਾਬ ਦਾ ਕਿਸਾਨ ਖਾਸ ਤੌਰ ਤੇ ਜਿਹਨੇ ਬੰਜਰ ਜ਼ਮੀਨਾਂ ਦੇ ਵਿੱਚੋਂ ਪੂਰੇ ਮੁਲਕ ਦੇ ਲਈ ਅਨਾਜ ਪੈਦਾ ਕਰ ਦਿੱਤਾ ਅੱਜ ਤੋਂ 50 ਸਾਲ ਪਹਿਲਾਂ, ਬਿਨਾਂ ਕਿਸੇ ਇਕਵਿਪਮੈਂਟ ਦੇ, ਬਿਨਾਂ ਟਰੈਕਟਰਾਂ ਦੇ, ਕੰਬਾਈਨਾਂ ਤੇ, ਜੇ ਉਹ ਸੜਕਾਂ ਤੇ ਉਤਰੇ ਆਉਣ ਆਪ ਮੁਹਾਰੇ ਹੋ ਕੇ, ਬਾਕੀ ਸਾਰੇ ਲੋਕਾਂ ਦੇ ਸਹਿਯੋਗ ਦੇ ਨਾਲ, ਤੇ ਵੱਡੀਆਂ ਸਰਕਾਰਾਂ ਨੇ ਜਿਹੜੀਆਂ ਉਹ ਝੁਕ ਜਾਂਦੀਆਂ ਹੁੰਦੀਆਂ ਨੇ। ਭਾਰਤ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਹੁਣ ਤੱਕ ਕਰੋਨਾ ਮਰੀਜ਼ਾਂ ਦਾ ਅੰਕੜਾ 59 ਲੱਖ ਤੋਂ ਪਾਰ ਹੋ ਗਿਆ ਹੈ ਅਤੇ ਜਿੱਥੇ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ, ਉੱਥੇ ਹੀ 48 ਲੱਖ ਤੋਂ ਵਧੇਰੇ ਲੋਕ ਰਿਕਵਰ ਹੋ ਕੇ ਘਰਾਂ ਨੂੰ ਵੀ ਪਰਤ ਚੁੱਕੇ ਨੇ। ਭਾਰਤ 'ਚ ਲਗਾਤਾਰ ਕਰੋਨਾ ਦਾ ਕਹਿਰ ਜਾਰੀ ਹੈ। ਵੱਡੀ ਗਿਣਤੀ 'ਚ ਕਰੋਨਾ ਵਾਇਰਸ ਦੇ ਮਰੀਜ਼ ਭਾਰਤ 'ਚ ਸਾਹਮਣੇ ਆ ਰਹੇ ਨੇ। ਜੇਕਰ ਗੱਲ ਪਿਛਲੇ 24 ਘੰਟਿਆਂ ਦੀ ਕੀਤੀ ਜਾਵੇ ਤਾਂ ਭਾਰਤ 'ਚ ਪਿਛਲੇ 24 ਘੰਟਿਆਂ 'ਚ 85,362 ਨਵੇਂ ਮਾਮਲੇ ਸਾਹਮਣੇ ਆਏ ਨੇ, ਜਦਕਿ 1090 ਲੋਕਾਂ ਦੀ ਪਿਛਲੇ 24 ਘੰਟਿਆਂ 'ਚ ਕਰੋਨਾ ਵਾਇਰਸ ਦੇ ਕਾਰਨ ਮੌਤ ਹੋ ਗਈ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ ਭਾਰਤ 'ਚ ਕਰੋਨਾ ਮਰੀਜ਼ਾਂ ਦਾ ਕੁੱਲ ਅੰਕੜਾ 59,03,933 ਹੋ ਗਿਆ, ਜਦਕਿ 93,379 ਲੋਕਾਂ ਦੀ ਹੁਣ ਤੱਕ ਕਰੋਨਾ ਵਾਇਰਸ ਦੇ ਕਾਰਨ ਮੌਤ ਹੋ ਗਈ ਹੈ। ਪਰ ਜਿੱਥੇ ਲਗਾਤਾਰ ਵੱਡੀ ਗਿਣਤੀ 'ਚ ਕਰੋਨਾ ਵਾਇਰਸ ਦੇ ਮਰੀਜ਼ ਭਾਰਤ 'ਚ ਸਾਹਮਣੇ ਆ ਰਹੇ ਨੇ, ਦੂਜੇ ਪਾਸੇ ਹੀ ਲਗਾਤਾਰ ਭਾਰਤ ਦਾ ਰਿਕਵਰੀ ਰੇਟ ਵੀ ਵੱਧਦਾ ਨਜ਼ਰ ਆ ਰਿਹਾ ਹੈ। ਭਾਰਤ 'ਚ ਲਗਾਤਾਰ ਰਿਕਵਰੀ ਵੱਧ ਰਹੀ ਹੈ।
ਅੱਜ ਹੁਣ ਤੱਕ 48,49,000 ਕਰੋਨਾ ਵਾਇਰਸ ਮਰੀਜ਼ ਠੀਕ ਹੋ ਚੁੱਕੇ ਨੇ। ਇਸ ਤੋਂ ਬਾਅਦ ਜੇਕਰ ਹੁਣ ਐਕਟਿਵ ਮਰੀਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਭਾਰਤ 'ਚ ਐਕਟਿਵ ਮਰੀਜ਼ 9,60,000 ਹੀ ਰਹਿ ਗਏ ਨੇ। ਐਕਟਿਵ ਮਰੀਜ਼ਾਂ ਦੇ ਮੁਕਾਬਲੇ ਭਾਰਤ 'ਚ ਠੀਕ ਹੋਏ ਕਰੋਨਾ ਮਰੀਜ਼ਾਂ ਦਾ ਆંકੜਾ ਵੱਧ ਹੈ ਤੇ ਰਿਕਵਰੀ ਦੇ ਮਾਮਲੇ 'ਚ ਭਾਰਤ ਪੂਰੀ ਦੁਨੀਆ 'ਚ ਨੰਬਰ 1 ਤੇ ਹੈ। ਭਾਰਤ 'ਚ ਹੁਣ ਇਸ ਵੇਲੇ ਇਹ ਆંકੜਾ 59 ਲੱਖ ਤੋਂ ਪਾਰ ਹੋ ਗਿਆ ਹੈ, ਜਦਕਿ 48 ਲੱਖ ਤੋਂ ਵੱਧ ਕਰੋਨਾ ਮਰੀਜ਼ ਹੁਣ ਤੱਕ ਠੀਕ ਵੀ ਹੋ ਗਏ ਨੇ। ਤੇ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਰਚਨਾ ਨੂੰ ਦਿਓ ਇਜਾਜ਼ਤ। ਹੋਰ ਵਧੇਰੇ ਜਾਣਕਾਰੀ ਲਈ ਵੇਖਦੇ ਰਹੋ ਦੈਨਿਕ ਸਵੇਰਾ ਟੀਵੀ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ।